ਵੈਲਕਮ ਮਾਈ ਡੀਅਰ ਸਟੂਡੈਂਟਸ। ਆਪਾਂ ਟਰਮ 1 ਦੀ ਤਿਆਰੀ ਕਰ ਰਹੇ ਹਾਂ। ਉਸੇ ਲੜੀ ਦੇ ਤਹਿਤ ਆਪਾਂ ਅੱਜ ਆਪਣੇ ਮਾਡਲ ਟੈਸਟ ਪੇਪਰ ਜਿਹੜੇ ਪੰਜਾਬ ਐਜੂਕੇਅਰ ਐਪ 'ਤੇ ਆਏ ਹੋਏ ਨੇ ਉਹਨਾਂ ਦੀ ਤਿਆਰੀ ਸ਼ੁਰੂ ਕਰ ਰਹੇ ਹਾਂ। ਅੱਜ ਇਹ ਵੀਡੀਓ ਬੇਟਾ ਤੁਹਾਡੇ ਪੇਪਰ 1 ਦੀ ਹੈ। ਸਾਰੇ ਕੁਐਸਚਨਸ ਨੂੰ ਧਿਆਨ ਨਾਲ ਸਮਝਣਾ। ਸਾਰੇ ਪ੍ਰਸ਼ਨ ਤੁਹਾਡੇ ਜ਼ਰੂਰੀ ਹੋਣਗੇ, ਠੀਕ ਹੈ। ਅਤੇ ਟਾਈਮ ਲਿਮਿਟ ਹੋਏਗੀ 90 ਮਿੰਟ। ਕੁੱਲ ਅੰਕ ਹੋਣਗੇ 40। ਫਸਟ ਕੁਐਸਚਨ, ਯੂਕਲਿਡ ਵੰਡ ਪ੍ਰਮੇਇਕਾ ਵਿੱਚ ਜੇਕਰ a ਬਰਾਬਰ BQ + R, ਜਿੱਥੇ a ਅਤੇ b ਧਨਾਤਮਕ ਪੂਰਨ ਅੰਕ ਹੋਣ ਤਾਂ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਅਕੋਰਡਿੰਗ ਟੂ ਯੂਕਲਿਡ ਡਿਵੀਜ਼ਨ ਲੈਮਾ a = BQ + R, where a and b positive whole numbers, then which statement is true? ਤੇ ਬੇਟਾ ਇਹ ਸਿਰਫ ਆਪਾਂ ਨੂੰ ਇਹ ਪੁੱਛ ਰਿਹਾ ਹੈ ਕਿ ਜੋ ਰਿਮਾਈਂਡਰ ਬਚੇਗਾ, ਜੋ ਬਾਕੀ ਬਚੇਗਾ, ਉਹ ਕੀ ਹੋਊਗਾ। ਤਾਂ ਜਦੋਂ a ਬਰਾਬਰ BQ + R ਲਿਖਦੇ ਹਾਂ ਤਾਂ ਇਹਨੂੰ ਮੈਥੇਮੈਟੀਕਲੀ ਆਪਾਂ ਕੋਈ ਛੋਟੀ ਐਗਜ਼ਾਮਪਲ ਲੈ ਕੇ ਸੋਚੋ। ਜਿਵੇਂ 2 ਨੂੰ 7 ਨਾਲ ਭਾਗ ਕਰਦੇ ਹਾਂ, 3 ਤੇ ਗਿਆ 6, ਬਾਕੀ ਬਚਿਆ 1। ਤਾਂ ਜਿਹੜਾ ਬਾਕੀ ਬਚਦਾ ਹੁੰਦਾ ਬੇਟਾ, ਉਹ ਜਿਹਦੇ ਨਾਲ ਭਾਗ ਕਰਦੇ ਹਾਂ ਉਸ ਤੋਂ ਛੋਟਾ ਹੀ ਹੋਏਗਾ। ਅਤੇ ਇਹ 0 ਵੀ ਹੋ ਸਕਦਾ, ਜਦੋਂ ਪੂਰੀ ਰਕਮ ਵੰਡੀ ਜਾਊਗੀ ਤਾਂ 0 ਵੀ ਹੋ ਸਕਦਾ। ਤਾਂ ਆਪਾਂ ਇਹਦੇ ਵਿੱਚੋਂ ਕਿਹੜੀ ਆਪਸ਼ਨ ਚੁਣਾਂਗੇ? ਦੇਖੋ ਬੇਟਾ, ਆਪਾਂ ਇਹਦੇ 'ਚ ਆਪਸ਼ਨ ਚੁਣਾਂਗੇ ਸੈਕਿੰਡ ਆਪਸ਼ਨ, 0 ਇਜ਼ ਲੈਸ ਦੈਨ ਇਕੁਅਲ ਟੂ R ਇਜ਼ ਲੈਸ ਦੈਨ B। ਕਿਉਂ? ਕਿਉਂਕਿ ਜਿਹੜਾ R ਹੈ, ਰਿਮਾਈਂਡਰ ਹੈ, ਬਾਕੀ ਹੈ, ਉਹ 0 ਦੇ ਬਰਾਬਰ ਵੀ ਹੋ ਸਕਦਾ ਅਤੇ 0 ਤੋਂ ਵੱਡਾ ਵੀ, ਪਰ ਜਿਹਦੇ ਨਾਲ ਭਾਗ ਕਰ ਰਹੇ ਹੋ ਉਸ ਤੋਂ ਹਮੇਸ਼ਾ ਛੋਟਾ ਹੀ ਰਹੇਗਾ। ਕਲੀਅਰ ਹੈ ਬੇਟਾ? ਸਮਝ ਆ ਗਿਆ ਪਹਿਲਾ ਸਵਾਲ? ਹਾਂਜੀ। ਤਾਂ ਦੂਜਾ ਸਮ ਦੇਖੋ, ਪਰਿਮੇਯ ਸੰਖਿਆ 51/2^3 5^3 ਦਾ ਦਸ਼ਮਲਵ ਪ੍ਰਸਾਰ ਦਸ਼ਮਲਵ ਤੋਂ ਕਿੰਨੇ ਪਦਾਂ ਬਾਅਦ ਸਮਾਪਤ ਹੋਵੇਗਾ। ਰੈਸ਼ਨਲ ਨੰਬਰ 51/2^3 5^3 ਵਿਲ ਟਰਮੀਨੇਟ ਆਫਟਰ ਹਾਊ ਮੈਨੀ ਡਿਜਿਟਸ। ਤਾਂ ਬੇਟਾ ਦੇਖੋ, 51 ਦੇ ਓਵਰ 2 ਦੀ ਵੀ 3 ਪਾਵਰ ਹੈ, 5 ਦੀ ਵੀ 3 ਪਾਵਰ ਹੈ। ਤਾਂ ਪਾਵਰਾਂ ਸੇਮ ਨੇ ਅਤੇ ਜਿਹੜੇ ਬੇਸ ਨੇ ਉਹ ਅਲੱਗ ਨੇ। ਤਾਂ ਬੇਸ ਨੂੰ ਇਕੱਠੇ ਕਰ ਦਿਓ, 5 2 ਹੋ ਗਿਆ 10, ਪਾਵਰ ਕਿੰਨੀ ਬਣ ਜਾਏਗੀ 3। ਤਾਂ 10 ਦੀ ਪਾਵਰ 3 ਹੈ ਬੇਟਾ, ਤਾਂ ਇਹ 3 ਡਿਜਿਟਸ ਬਾਅਦ ਜਿਹੜਾ ਡੈਸੀਮਲ ਹੈ ਉਹ ਟਰਮੀਨੇਟ ਹੋ ਜਾਏਗਾ, ਦਸ਼ਮਲਵ ਖਤਮ ਹੋ ਜਾਏਗਾ 3 ਅੰਕਾਂ ਤੋਂ ਬਾਅਦ। ਨੈਕਸਟ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਹੈ ਦੋ ਸੰਖਿਆਵਾਂ ਦੀ ਗੁਣਾ 80 ਹੈ, ਠੀਕ ਹੈ, ਅਤੇ ਇਹਨਾਂ ਦਾ ਐਲਸੀਐਮ ਕਿੰਨਾ ਹੈ 20। ਤਾਂ ਮਸਵ ਪੁੱਛਿਆ ਆਪਾਂ ਨੂੰ। ਫਾਰਮੂਲਾ ਕਿਹੜਾ ਲਗਾਵਾਂਗੇ ਬੇਟਾ ਆਪਾਂ? HCF ਇੰਟੂ LCM ਬਰਾਬਰ ਹੁੰਦਾ ਹੈ ਦੋਨੋਂ ਸੰਖਿਆਵਾਂ ਦੀ ਗੁਣਾ। ਤਾਂ ਦੋਨੋਂ ਸੰਖਿਆਵਾਂ ਦੀ ਗੁਣਾ ਕਿੰਨੀ ਦਿੱਤੀ ਹੋਈ ਹੈ 80, ਅਤੇ LCM ਕਿੰਨਾ ਦਿੱਤਾ ਹੋਇਆ ਆਪਾਂ ਨੂੰ 20। ਤਾਂ HCF ਕਿਵੇਂ ਫਾਈਂਡ ਕਰਾਂਗੇ? 80/20 ਕੱਟ ਕੇ ਕਿੰਨਾ ਆ ਜਾਏਗਾ ਬੱਚੇ? ਇਹ 4। ਤਾਂ HCF ਕਿੰਨਾ ਆ ਜਾਏਗਾ 4, C ਆਪਸ਼ਨ। ਅਗਲਾ ਕੁਐਸਚਨ ਹੈ ਆਪਣੇ ਕੋਲੇ, ਅੰਡਰ-ਰੂਟ ਦਾ 16 - 3 ਕਿਸ ਤਰ੍ਹਾਂ ਦੀ ਸੰਖਿਆ, ਵਿਚ ਟਾਈਪ ਆਫ ਨੰਬਰ, ਪਰਿਮੇਯ ਹੈ, ਅਪਰਿਮੇਯ ਹੈ, ਹੋਲ ਹੈ ਕਿ ਸੰਪੂਰਨ ਇੰਟੀਜਰ ਹੈ। ਤਾਂ ਬੇਟਾ ਦੇਖੋ, ਅੰਡਰ-ਰੂਟ 16 - 3, ਤਾਂ ਅੰਡਰ-ਰੂਟ 16 ਜਿਹੜਾ ਹੈ ਉਹਦਾ ਆਨਸਰ ਨਿਕਲਦਾ ਹੈ, ਵਰਗਮੂਲ ਨਿਕਲਦਾ 16 ਦਾ, ਕਿੰਨਾ ਆਊਗਾ 4। -3 ਹੈਗਾ ਹੀ ਹੈਗਾ, 4 ਚੋਂ 3 ਘਟਾਵਾਂਗੇ ਕਿੰਨਾ ਆ ਗਿਆ 1। ਤਾਂ 1 ਕਿਹੜੀ ਸੰਖਿਆ ਹੈ ਬੇਟਾ? 1 ਹੈਗੀ ਹੈ ਪਰਿਮੇਯ ਸੰਖਿਆ, ਰੈਸ਼ਨਲ ਨੰਬਰ, ਠੀਕ ਹੈ। ਤਾਂ ਆਪਾਂ ਨੇ ਸਭ ਤੋਂ ਪਹਿਲਾਂ ਕੀ ਦੇਖਣਾ ਹੈ ਕਿ ਜੇ ਵਰਗਮੂਲ ਪੂਰਾ ਨਿਕਲ ਰਿਹਾ ਹੈ ਤਾਂ ਪਹਿਲਾਂ ਉਹਨੂੰ ਸੋਲਵ ਕਰੋ, ਫਿਰ ਦੇਖੋ ਐਂਡ ਤੇ ਤੁਹਾਡੇ ਕੋਲੇ ਕਿਸ ਤਰ੍ਹਾਂ ਦੀ ਜਿਹੜੀ ਰਕਮ ਹੈ ਉਹ ਬਚਦੀ ਹੈ। ਕਲੀਅਰ ਹੋ ਗਿਆ ਬੇਟਾ ਸਮ ਤੁਹਾਨੂੰ ਸਾਰਿਆਂ ਨੂੰ? ਹਾਂਜੀ ਬੇਟਾ, ਪੰਜਵਾਂ ਕੁਐਸਚਨ ਹੈ, ਬਿਨਾਂ ਲੰਬੀ ਵੰਡ ਪ੍ਰਕਿਰਿਆ ਕਰਦਿਆਂ ਦੱਸੋ ਕਿ ਪਰਿਮੇਯ ਸੰਖਿਆ 217/40 ਦਾ ਦਸ਼ਮਲਵ ਪ੍ਰਸਾਰ ਕਿਸ ਤਰ੍ਹਾਂ ਦਾ ਹੈ। Without actually performing the long division, state which type of decimal expansion does this rational number have। ਹੁਣ 217/40 ਹੈ, ਤਾਂ ਪਹਿਲਾਂ ਦੇਖੋ ਇਹ ਆਪਣੀ ਸ਼ਾਰਟ ਫਾਰਮ 'ਚ, ਇਸ ਤੋਂ ਅੱਗੇ ਕੱਟਦਾ ਤਾਂ ਨਹੀਂ, ਇਸ ਤੋਂ ਅੱਗੇ ਇਹਨੇ ਨਹੀਂ ਕੱਟਣਾ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਡਿਨੋਮੀਨੇਟਰ ਦੇ ਫੈਕਟਰਸ ਬਣਾਵਾਂਗੇ। 2 ਤੇ ਡਿਵਾਈਡ ਹੋਇਆ, ਫਿਰ 2 ਤੇ, ਫਿਰ 2 ਤੇ, ਫਿਰ 5 ਤੇ, ਠੀਕ ਹੈ ਜੀ। ਤਾਂ ਇਹਦਾ ਮਤਲਬ ਜਿਹੜੇ ਡਿਨੋਮੀਨੇਟਰ ਦੇ ਪ੍ਰਾਈਮ ਫੈਕਟਰਸ ਬਣ ਰਹੇ ਨੇ ਉਹ 2s ਔਰ 5s ਹੀ ਨੇ, ਮਤਲਬ 2 ਤੇ 5 ਹੀ ਨੇ। ਤਾਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਬੇਟਾ ਦਸ਼ਮਲਵ ਜਿਹੜਾ ਪ੍ਰਸਾਰ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ? ਸ਼ਾਂਤ, ਟਰਮੀਨੇਟਿੰਗ, ਠੀਕ ਹੈ ਬੇਟਾ, ਸਮਝ ਆ ਗਿਆ।
ਹੁਣ ਦੇਖੋ ਨੈਕਸਟ, ਜੇਕਰ ਇੱਕ ਆਪਾਂ ਨੂੰ ਬਹੁਪਦ ਦਿੱਤਾ ਹੋਇਆ 3x² ਮਾਈਨਸ 4x ਪਲੱਸ 3, 3x² ਮਾਈਨਸ 4x ਪਲੱਸ 3, ਇਹਦੇ ਵਿੱਚ ਪੁੱਛਿਆ ਸਿਫਰਾਂ ਦਾ ਜੋੜ ਕੀ ਹੈ, ਸਮ ਆਫ ਦਾ ਜ਼ੀਰੋਜ਼। ਤਾਂ ਪਹਿਲਾਂ ਦੇਖੋ ਇਹਨੂੰ ਕੰਪੇਅਰ ਕਰਨਾ ਆਪਾਂ, ax² ਪਲੱਸ bx ਪਲੱਸ c, ਇਹ ਆਪਣੀ ਜਰਨਲ ਬਹੁਪਦ ਹੈ। ਤਾਂ ਇੱਥੋਂ ਜਦੋਂ ਕੰਪੇਅਰ ਕਰਦੇ ਹਾਂ ਬੇਟਾ, a ਕਿੰਨਾ ਆਉਂਦਾ 3, b ਦੀ ਵੈਲਿਊ ਕਿੰਨੀ ਆਉਂਦੀ ਹੈ ਮਾਈਨਸ ਦਾ 4, c ਦੀ ਵੈਲਿਊ ਕਿੰਨੀ ਆਉਂਦੀ ਹੈ 3। ਤੇ ਸਿਫਰਾਂ ਦੇ ਜੋੜ ਦਾ ਫਾਰਮੂਲਾ ਕੀ ਹੁੰਦਾ ਹੈ, ਮਾਈਨਸ ਦਾ b ਓਵਰ a। ਤਾਂ ਮਾਈਨਸ b ਕਿੰਨੀ ਹੈ ਆਪਣੇ ਕੋਲੇ ਜੀ -4, ਤਾਂ ਇੱਥੇ ਪਲੱਸ ਹੋ ਜਾਊਗਾ, 2 ਮਾਈਨਸ ਹੋ ਗਏ ਹੈ ਨਾ। ਤਾਂ a ਕਿੰਨੀ ਹੈ 3। ਤਾਂ ਸਿਫਰਾਂ ਦਾ ਜੋੜ ਕਿੰਨਾ ਆ ਰਿਹਾ ਹੈ 4 ਓਵਰ 3। ਨੈਕਸਟ ਕੁਐਸਚਨ ਹੈ, ਜੇਕਰ ਦੋ ਘਾਤੀ ਬਹੁਪਦ ਦੀਆਂ ਸਿਫਰਾਂ ਦਾ ਜੋੜ ਅਤੇ ਗੁਣਾ ਦਿੱਤਾ ਹੋਇਆ ਤਾਂ ਬਹੁਪਦ ਕੀ ਹੋਊਗਾ। ਇਫ ਸਮ ਐਂਡ ਪ੍ਰੋਡਕਟ ਆਫ ਕੁਆਡਰੈਟਿਕ ਪੋਲੀਨੋਮੀਅਲ ਇਜ਼ -3 ਐਂਡ 2 ਦੈਨ ਪੋਲੀਨੋਮੀਅਲ ਇਜ਼। ਤਾਂ ਪੋਲੀਨੋਮੀਅਲ ਦਾ ਫਾਰਮੂਲਾ ਕੀ ਹੁੰਦਾ ਬੇਟਾ, ਜਦੋਂ ਆਪਾਂ ਨੂੰ ਸਮ ਤੇ ਪ੍ਰੋਡਕਟ ਸਿਫਰਾਂ ਦਾ ਜੋੜ ਤੇ ਗੁਣਾ ਦਿੱਤੀ ਹੁੰਦੀ ਹੈ ਤਾਂ ਆਪਾਂ ਇਹ ਵਾਲਾ ਫਾਰਮੂਲਾ ਲਗਾਉਣੇ ਹੁੰਦੇ ਆ, ਹੈ ਨਾ। ਐਲਸੀਐਮ ਬ੍ਰੈਕਟ ਦੇ ਅੰਦਰ x² ਮਾਈਨਸ sx ਪਲੱਸ p। ਪਰ ਹੁਣ ਜਿਹੜੇ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਜੋੜ ਤੇ ਗੁਣਾ, ਉਹ ਬਟਿਆਂ 'ਚ ਹੈ ਨਹੀਂ, ਤਾਂ ਐਲਸੀਐਮ ਉਹਨਾਂ ਦਾ ਕਿੰਨਾ ਆ ਜਾਏਗਾ 1 x² ਮਾਈਨਸ, ਹੁਣ ਇਹਨਾਂ ਦੋਨਾਂ ਜਿਹੜੇ ਆਪਾਂ ਨੂੰ ਸਿਫਰਾਂ ਦਿੱਤੀਆਂ ਨੇ ਇਹਨਾਂ ਦਾ ਜੋੜ। ਅੱਛਾ, ਇਹਨੂੰ ਆਪਾਂ ਇੱਕ ਹੋਰ ਸੌਖੇ ਤਰੀਕੇ ਨਾਲ ਲਿਖਦੇ ਹਾਂ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆਵੇ। ਫਾਰਮੂਲਾ ਹੁੰਦਾ x² ਮਾਈਨਸ sx ਪਲੱਸ p, ਤੇ ਐਲਸੀਐਮ ਵੀ ਲਿਖਣਾ ਹੁੰਦਾ। ਸਮ ਤੇ ਪ੍ਰੋਡਕਟ ਤੁਸੀਂ ਸਾਈਡ ਤੇ ਸੋਲਵ ਕਰ ਲਓ। ਸਮ ਤਾਂ ਦਿੱਤਾ ਹੀ ਹੋਇਆ ਸੱਚੋ, ਸਿਫਰਾਂ ਦਾ ਜੋੜ ਤੇ ਗੁਣਾ ਤਾਂ ਹੈਗਾ ਹੀ, ਆਪਾਂ ਸਿਰਫ ਪੁੱਟ ਹੀ ਕਰਨਾ। ਦੇਖੋ s ਹੈਗਾ ਆਪਣੇ ਕੋਲੇ ਮਾਈਨਸ ਦਾ 3, ਮਾਈਨਸ ਪਹਿਲਾਂ ਹੀ ਸੀ, ਪਲੱਸ ਆ ਗਿਆ। p ਆਪਣੇ ਕੋਲ ਹੈ 2, ਤਾਂ ਆਂਸਰ ਕਿੰਨਾ ਆ ਗਿਆ x² ਪਲੱਸ 3x ਪਲੱਸ 2। ਠੀਕ ਹੈ ਬੇਟੇ, ਤਾਂ ਮੈਂ ਥੋੜ੍ਹਾ ਜਿਹਾ ਇੱਥੇ ਕਨਫਿਊਜ਼ ਹੋ ਗਈ ਸੀ ਕਿ ਸਿਫਰਾਂ ਦਾ ਜੋੜ ਤੇ ਗੁਣਾ ਤਾਂ ਬੇਟਾ ਪਹਿਲਾਂ ਹੀ ਦਿੱਤਾ ਹੋਇਆ, ਆਪਾਂ ਸਿਰਫ ਇਹ ਵੈਲਿਊ ਪੁੱਟ ਹੀ ਕਰਨੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਦੋ ਘਾਤੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ। ਵਾਟ ਇਜ਼ ਦਾ ਡਿਗਰੀ ਆਫ ਕੁਆਡਰੈਟਿਕ ਪੋਲੀਨੋਮੀਅਲ। ਦੇਖੋ ਹੁਣ ਆਪਾਂ ਕੁਆਡਰੈਟਿਕ ਪੋਲੀਨੋਮੀਅਲ ਹੀ ਲਿਖੀ ਹੈ, ਤਾਂ ਇਹਦੀ ਡਿਗਰੀ ਮਤਲਬ ਸਭ ਤੋਂ ਵੱਡੀ ਘਾਤ ਕਿੰਨੀ ਹੁੰਦੀ ਹੈ 2। ਠੀਕ ਹੈ ਬੇਟਾ, ਇਹ ਸਮਝ ਆ ਗਏ। ਹੁਣ ਆਪਾਂ 9th ਕੁਐਸਚਨ ਤੇ ਚੱਲਦੇ। ਹਾਂਜੀ ਦੇਖੋ 9th ਕੁਐਸਚਨ ਹੈ, ਜੇ ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੀਆਂ ਸਿਫਰਾਂ 2 ਅਤੇ 3 ਹੋਣ। ਤੇ ਸ਼ਬਦਾਂ ਤੇ ਧਿਆਨ ਦਿਓ, ਪਿਛਲੇ ਸਵਾਲ 'ਚ ਸੀਗਾ ਸਿਫਰਾਂ ਦਾ ਜੋੜ ਤੇ ਗੁਣਾ ਦਿੱਤੀ ਹੋਈ ਸੀ, ਬਟ ਇਹਦੇ ਵਿੱਚ ਕੀ ਦਿੱਤੀਆਂ ਹੋਈਆਂ ਨੇ ਆਪਾਂ ਨੂੰ ਜ਼ੀਰੋਜ਼। ਕਲੀਅਰ ਹੈ ਬੇਟਾ, ਤਾਂ ਫਾਰਮੂਲਾ ਤਾਂ ਉਹੀ ਲੱਗੂਗਾ x² ਮਾਈਨਸ sx ਪਲੱਸ p, ਬਾਹਰ ਇਹਨਾਂ ਦਾ ਐਲਸੀਐਮ। ਤਾਂ ਇਹਦੇ ਇੱਥੇ ਆਪਾਂ ਨੂੰ ਸਮ ਤੇ ਪ੍ਰੋਡਕਟ ਮਤਲਬ ਸਿਫਰਾਂ ਦਾ ਜੋੜ ਤੇ ਗੁਣਾ ਪਹਿਲਾਂ ਫਾਈਂਡ ਕਰਨੀ ਪਊਗੀ। ਦੋ ਸਿਫਰਾਂ ਨੇ ਆਪਣੇ ਕੋਲੇ 2 ਤੇ 3, ਤਾਂ ਇਹਨਾਂ ਦਾ ਜੋੜ ਕਿੰਨਾ ਹੋ ਗਿਆ 5, ਤੇ ਇਹਨਾਂ ਦੀ ਗੁਣਾ ਕਿੰਨੀ ਹੋ ਗਈ 3 ਦੂਣੀ 6। ਹੁਣ ਇੱਥੇ ਵੈਲਿਊਜ਼ ਭਰੋ, ਐਲਸੀਐਮ ਤਾਂ ਇਹਨਾਂ ਦਾ ਵੀ 1 ਆਊ ਕਿਉਂਕਿ ਓਵਰਾਂ 'ਚ ਕੁਛ ਹੈ ਨਹੀਂ। ਐਸ ਕਿੰਨਾ ਫਾਈਂਡ ਕੀਤਾ ਆਪਾਂ 5, ਪੀ ਕਿੰਨੀ ਪਤਾ ਕੀਤੀ ਹੈ 6, ਤਾਂ ਕਿਹੜੀ ਆਪਸ਼ਨ ਦੇ ਵਿੱਚ ਦਿਖ ਰਿਹਾ x² ਮਾਈਨਸ 5x ਪਲੱਸ 6, ਇਹ ਹੈਗਾ ਦੇਖੋ ਸੈਕਿੰਡ ਆਪਸ਼ਨ ਦੇ ਵਿੱਚ। ਕਲੀਅਰ ਹੋ ਗਿਆ ਬੇਟਾ ਇਹ ਸਵਾਲ ਤੁਹਾਨੂੰ ਸਾਰਿਆਂ ਨੂੰ। ਹਾਂਜੀ ਬੇਟਾ 10th ਕੁਐਸਚਨ ਹੈ, ਦੋ ਘਾਤੀ ਬਹੁਪਦ x² ਮਾਈਨਸ 7 ਦੀਆਂ ਸਿਫਰਾਂ ਪਤਾ ਕਰੋ। ਕੁਆਡਰੇਟਿਕ ਪੋਲੀਨੋਮੀਅਲ x² ਮਾਈਨਸ 7 ਹੈਵ ਜ਼ੀਰੋਜ਼। ਤਾਂ ਹੁਣ ਬੇਟੇ ਆਪਣੇ ਕੋਲੇ x² ਮਾਈਨਸ 7 ਹੈ, ਜ਼ੀਰੋਜ਼ ਇਹਦੀਆਂ ਫਾਈਂਡ ਕਰਨੀਆਂ ਨੇ। ਤਾਂ ਦੇਖੋ 7 ਤਾਂ ਕਿਸੇ ਦਾ ਸਕੇਅਰ ਹੁੰਦਾ ਨਹੀਂ, ਇਹਨੂੰ √7 ਦਾ ਸਕੇਅਰ ਲਿਖ ਲਓ, √7 ਦਾ ਸਕੇਅਰ। ਤਾਂ ਹੁਣ ਇਹ ਫਾਰਮੂਲਾ ਕਿਹੜਾ ਬਣ ਗਿਆ a² ਮਾਈਨਸ b²। ਤੇ ਇਹ ਫਾਰਮੂਲਾ, ਇਹ ਆਇਡੈਂਟੀਟੀ ਖੁੱਲਦੀ ਕਿਵੇਂ ਹੁੰਦੀ ਹੈ, ਇੱਕ ਬ੍ਰੈਕਟ 'ਚ ਮਾਈਨਸ ਇੱਕ ਬ੍ਰੈਕਟ 'ਚ ਪਲੱਸ। ਤਾਂ x ਮਾਈਨਸ √7 x ਪਲੱਸ √7। ਜਦੋਂ ਹੁਣ ਆਪਾਂ ਇਹਨਾਂ ਦੇ ਜ਼ੀਰੋਜ਼ ਕੱਢਣੀਆਂ ਨੇ ਤਾਂ ਪਹਿਲਾਂ ਪਹਿਲੇ ਬ੍ਰੈਕਟ ਨੂੰ ਰਫ 'ਚ ਸੋਲਵ ਨਹੀਂ ਕਰਨਾ, ਉਰੇ ਜ਼ੀਰੋ ਦੇ ਇਕੁਅਲ ਕਰੋ, √7 ਆ ਗਿਆ, ਪਹਿਲੀ ਜ਼ੀਰੋ ਆ ਗਈ। ਫਿਰ x ਪਲੱਸ √7 ਨੂੰ ਜਦੋਂ ਆਪਾਂ ਜ਼ੀਰੋ ਦੇ ਬਰਾਬਰ ਕਰਾਂਗੇ ਤਾਂ ਮਾਈਨਸ ਦਾ √7। ਤਾਂ ਕਿਹੜਾ ਆਪਸ਼ਨ ਆਊਗਾ ਆਪਣੇ ਕੋਲੇ ਪਲੱਸ ਮਾਈਨਸ √7, ਜਿਹੜਾ ਕਿ ਹੈ ਬੇਟਾ ਆਪਸ਼ਨ ਨੰਬਰ ਡੀ। ਇਹਨੂੰ ਆਪਾਂ ਇੱਕ ਹੋਰ ਢੰਗ ਨਾਲ ਵੀ ਸੋਲਵ ਕਰ ਸਕਦੇ ਹਾਂ। ਦੇਖੋ x² ਮਾਈਨਸ 7 ਸੀ, ਜ਼ੀਰੋਜ਼ ਫਾਈਂਡ ਕਰਨੀਆਂ ਨੇ ਤਾਂ ਬਰਾਬਰ ਜ਼ੀਰੋ ਕਰ ਦਿਓ, x² ਦੀ ਵੈਲਿਊ ਕੱਢ ਲਓ। ਜਦੋਂ ਆਪਾਂ ਸਕੇਅਰ ਹਟਾਉਣਾ ਹੈ
ਤਾਂ ਦੂਸਰੇ ਪਾਸੇ ਰੂਟ ਜਾਊਗਾ, ਵਰਗਮੂਲ ਜਾਊਗਾ, ਇਹ ਤਾਂ ਆਪਾਂ ਨੂੰ ਪਤਾ ਹੈ। ਪਰ ਮੂਰੇ ਪਲੱਸ ਮਾਈਨਸ ਦੀ ਨਿਸ਼ਾਨੀ ਵੀ ਲਾਉਣੀ ਪਊਗੀ। ਕਿਉਂ? ਕਿਉਂਕਿ ਪਲੱਸ ਦੇ √7 ਦਾ ਸਕੇਅਰ ਵੀ 7 ਆਉਂਦਾ ਹੈ ਨਾ, ਅਤੇ ਮਾਈਨਸ ਦੇ √7 ਦਾ ਸਕੇਅਰ ਵੀ 7 ਆਉਂਦਾ। ਤਾਂ ਤੁਸੀਂ ਦੋਨਾਂ ਤਰੀਕਿਆਂ 'ਚੋਂ ਤੁਹਾਨੂੰ ਜਿਹੜਾ ਯਾਦ ਰਹਿੰਦਾ ਉਸਨੂੰ ਤੁਸੀਂ ਯੂਜ਼ ਕਰ ਸਕਦੇ। ਹਾਂਜੀ ਬੇਟਾ, ਤਾਂ ਹੁਣ ਆਪਣਾ ਕੁਐਸਚਨ ਹੈਗਾ 11ਵਾਂ। ਸਮੀਕਰਨਾਂ 2 ਦਿੱਤੀਆਂ ਹੋਈਆਂ, ਕਹਿੰਦੇ ਜੇ ਇਹਨਾਂ ਦਾ ਵਿਲੱਖਣ ਹੱਲ ਹੋਵੇ ਤਾਂ ਕੇ ਦਾ ਮੁੱਲ ਪਤਾ ਕਰੋ। ਤਾਂ ਆਪਾਂ ਨੇ ਦੋਨੋਂ ਇਕੁਏਸ਼ਨਾਂ ਦੇ ਵਿੱਚੋਂ ਯੂਨੀਕ ਸੋਲਿਊਸ਼ਨ ਦਾ ਫਾਰਮੂਲਾ ਲਗਾ ਕੇ ਕੇ ਦਾ ਆਨਸਰ ਪਤਾ ਕਰਨਾ। ਦੇਖੋ ਸਮੀਕਰਨਾਂ ਕੀ ਨੇ, kx -y = 2, 6x - 2y = 3। ਤਾਂ ਕੀ ਕਰਦੇ ਹੁੰਦੇ ਆਪਾਂ, a1/a2 ਯਾਨੀ ਕਿ k/6, ਫਿਰ ਹੁੰਦਾ b1/b2, ਉਹ ਹੈਗਾ -1/2। ਹੁਣ ਜੇ ਯੂਨੀਕ ਸੋਲਿਊਸ਼ਨ ਹੈ, ਠੀਕ ਹੈ, ਇੱਕ ਹੱਲ ਹੈ, ਤਾਂ ਇੱਥੇ ਨਿਸ਼ਾਨੀ ਕਾਹਦੀ ਆਊਗੀ, ਬਰਾਬਰ ਨਹੀਂ ਦੀ। ਕਿਉਂ ਬੇਟੇ? ਕਿਉਂਕਿ ਜਦੋਂ ਯੂਨੀਕ ਸੋਲਿਊਸ਼ਨ ਹੁੰਦਾ ਹੈ ਤਾਂ a1/a2, b1/b2, c1/c2 ਤਿੰਨੇ ਜਿਹੜੇ ਇਹ ਅਨੁਪਾਤ ਨੇ ਇੱਕ ਦੂਜੇ ਦੇ ਬਰਾਬਰ ਨਹੀਂ ਆਉਂਦੇ ਹੁੰਦੇ। ਹੁਣ ਦੇਖੋ ਨੈਗੇਟਿਵ ਨਾਲ ਨੈਗੇਟਿਵ ਕੈਂਸਲ ਹੋ ਗਿਆ, k ਬਰਾਬਰ ਨਹੀਂ ਹੈ, 6 ਨੂੰ 1 ਨਾਲ ਗੁਣਾ ਕੀਤੀ 6, ਮਤਲਬ ਕ੍ਰਾਸ ਮਲਟੀਪਲਾਈ ਕਰ ਗਏ, ਇਹਨੂੰ ਉੱਧਰ ਲੈ ਗਏ, ਠੀਕ ਹੈ ਜੀ। ਇੱਥੇ ਆ ਜਾਊਗਾ ਆਪਣੇ ਕੋਲੇ k is not equal to 3, k ਜਿਹੜਾ ਹੈ ਉਹ 3 ਦੇ ਬਰਾਬਰ ਨਹੀਂ ਹੈ। ਤਾਂ ਕਿਹੜੀ ਆਪਸ਼ਨ 'ਚ ਹੈਗਾ, ਦੇਖੋ ਲਿਖਿਆ ਹੋਇਆ ਸੈਕਿੰਡ ਆਪਸ਼ਨ 'ਚ। ਅਗਲੇ ਆਪਸ਼ਨ 'ਚ ਵੀ ਇਹੀ ਰੂਲ ਹੈ, ਉਹਨੇ ਕਿਹਾ ਵੀ ਜੇ ਇਸ ਤਰ੍ਹਾਂ ਲਿਖਿਆ ਹੋਵੇ, ਤਿੰਨੋਂ ਬਰਾਬਰ ਲਿਖੇ ਹੋਣ, ਤਾਂ ਇਹ ਕਿਹੜਾ ਰੂਲ ਹੁੰਦਾ? ਜਦੋਂ ਤਿੰਨੋਂ ਹੀ ਅਨੁਪਾਤ ਬਰਾਬਰ ਹੁੰਦੇ ਨੇ ਬੇਟਾ, ਤਾਂ ਇਹਦੇ ਵਿੱਚ ਰੂਲ ਲੱਗਦਾ ਹੈ ਇਨਫਿਨਿਟ ਸੋਲਿਊਸ਼ਨ। ਦੇਖੋ ਜੇ ਤੀਸਰਾ ਨਾ ਬਰਾਬਰ ਹੋ ਜਾਵੇ ਫਿਰ ਲੱਗਦਾ ਹੁੰਦਾ ਨੋ ਸੋਲਿਊਸ਼ਨ, ਜੇ ਦੋਨੋਂ ਨਾ ਬਰਾਬਰ ਹੋ ਜਾਣ ਫਿਰ ਲੱਗਦਾ ਹੁੰਦਾ ਯੂਨੀਕ ਸੋਲਿਊਸ਼ਨ। ਠੀਕ ਹੈ ਬੇਟਾ, ਸਮਝ ਆ ਗਿਆ ਹੈ ਤੁਹਾਨੂੰ? ਹੁਣ ਦੇਖੋ ਨੈਕਸਟ ਕੀ ਹੈ, ਕਹਿੰਦੇ ਜੇ ਰੇਖਾਵਾਂ ਨੂੰ ਗ੍ਰਾਫ ਉੱਤੇ ਪਲੋਟ ਕਰਦੇ ਹਾਂ ਦੈਨ ਲਾਈਨਸ ਵਿਲ ਬੀ, ਤਾਂ ਲਾਈਨ ਕਿਸ ਤਰ੍ਹਾਂ ਦੀਆਂ ਹੋਣਗੀਆਂ, ਕੱਟਦੀਆਂ ਹੋਣਗੀਆਂ, ਸਮਾਂਤਰ ਹੋਣਗੀਆਂ, ਕਿ ਸੰਗਾਮੀ ਹੋਣਗੀਆਂ, ਕਿ ਕੋਈ ਨਹੀਂ ਹੋਣਗੀਆਂ। ਮਤਲਬ ਇਸੇ ਰੂਲ ਦੀ ਗੱਲ ਕੀਤੀ ਜਾ ਰਹੀ ਹੈ। ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਆਊਗਾ ਬੇਟਾ, ਤਾਂ ਆਪਾਂ ਇਹੀ a1/a2 ਵਾਲਾ ਰੂਲ ਹੀ ਲਗਾਉਣਾ। ਤਾਂ ਦੇਖੋ ਕੰਪੇਅਰ ਕਰੋ, a1 ਕਿੰਨਾ ਹੈ 3, ਇੱਥੇ a2 ਕਿੰਨਾ ਹੈ 6, b1 ਕਿੰਨਾ ਹੈ -2, b2 ਕਿੰਨਾ ਹੈ -4, c ਕਿੰਨਾ ਹੈ 5, c1 c2 ਕਿੰਨਾ ਹੈ 7। ਚਲੋ ਮਾਈਨਸ ਨਾਲ ਮਾਈਨਸ ਕੈਂਸਲ ਹੋ ਗਿਆ, 3 ਦੇ ਨਾਲ ਦੇਖੋ 6 ਕੈਂਸਲ ਹੋ ਗਿਆ, 2 ਦੇ ਨਾਲ 4 ਕੈਂਸਲ ਹੋ ਗਿਆ। ਤੇ ਇਹਦਾ ਮਤਲਬ ਪਹਿਲੇ ਦੋ ਤਾਂ ਬਰਾਬਰ ਆ ਰਹੇ ਨੇ ਅਨੁਪਾਤ, ਤੀਸਰਾ ਬਰਾਬਰ ਨਹੀਂ ਆ ਰਿਹਾ। ਤਾਂ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਬੇਟਾ ਕਿ ਪਹਿਲੇ ਦੋ ਅਨੁਪਾਤ ਤਾਂ ਬਰਾਬਰ ਨੇ, ਤੀਜਾ ਅਨੁਪਾਤ ਬਰਾਬਰ ਨਹੀਂ ਹੈਗਾ, ਤਾਂ ਇਹ ਲਾਈਨਸ ਹੁੰਦੀਆਂ ਨੇ ਸਮਾਨਾਂਤਰ, ਪੈਰਲਲ ਲਾਈਨਸ। ਠੀਕ ਹੈ ਜੀ, ਸਮਝ ਆ ਗਿਆ? ਹੁਣ ਦੇਖੋ ਨੈਕਸਟ ਕੁਐਸਚਨ। ਹਾਂਜੀ 14th ਕੁਐਸਚਨ ਹੈ, ਜਿਹੜੀ ਸਮੀਕਰਨਾਂ ਦਿੱਤੀਆਂ ਹੋਈਆਂ ਉਹਨਾਂ ਦਾ ਕਹਿੰਦੇ ਹੱਲ ਕਿਹੜਾ, ਇਹਨਾਂ ਚੋਂ ਸੋਲਿਊਸ਼ਨ ਕਿਹੜਾ। ਤਾਂ ਬੇਟਾ ਜਦੋਂ ਆਪਾਂ ਨੂੰ ਦੋ ਇਕੁਏਸ਼ਨਸ ਗਿਵਨ ਹੈ, ਤਾਂ ਦੇਖੋ ਵੀ ਕੋਈ ਜਿਹੜਾ ਚੱਲ ਹੈ ਉਹ ਬਰਾਬਰ ਹੈਗਾ, ਯੈਸ ਆਪਣੀ ਰਕਮ ਦੇ ਵਿੱਚ y ਬਰਾਬਰ ਹੈਗਾ। ਕਿਉਂਕਿ ਉਹਨਾਂ ਦੇ ਆਪੋਜ਼ਿਟ ਸਾਈਨ ਨੇ, ਉਲਟੇ ਨਿਸ਼ਾਨ ਨੇ, ਹਾਂਜੀ ਉਲਟੇ ਨੇ, ਤਾਂ ਆਪਾਂ ਨੂੰ ਨਿਸ਼ਾਨੀਆਂ ਬਦਲਣ ਦੀ ਲੋੜ ਨਹੀਂ, y ਸਿੱਧਾ ਹੀ ਕੈਂਸਲ ਹੋ ਜਾਏਗਾ। ਹੁਣ 2x ਤੇ 1x ਕਿੰਨੇ ਬਣ ਗਏ ਉਰੇ 3x, 7 ਤੇ 5 ਕਿੰਨੇ ਹੋ ਗਏ 12, ਤਾਂ x ਕਿੰਨਾ ਆਊਗਾ 12/3 ਮਤਲਬ 4। ਤਾਂ ਦੇਖੋ ਆਪਣੀਆਂ ਆਪਸ਼ਨਾਂ ਦੇ ਵਿੱਚੋਂ ਸਿਰਫ ਇੱਕ ਆਪਸ਼ਨ ਐਸੀ ਹੈ ਜਿਹਦੇ ਵਿੱਚ x 4 ਹੈ, ਤਾਂ ਇਹੀ ਇਹਦਾ ਸਹੀ ਆਨਸਰ ਹੋਊਗਾ। ਪਰ ਜੇ ਯਕੀਨ ਨਾ ਆਵੇ ਤਾਂ ਇਹਨੂੰ ਪੁੱਟ ਕਰਕੇ ਦੇਖ ਲਓ। ਆਪਾਂ ਪਹਿਲੀ ਇਕੁਏਸ਼ਨ 'ਚ ਪੁੱਟ ਕਰਦੇ ਹਾਂ 4 + y = 7, ਤਾਂ y ਕਿੰਨਾ ਆ ਗਿਆ 7 - 4, ਇਹਨੇ 4 ਨੇ ਰਾਈਟ ਸਾਈਡ ਜਾ ਕੇ ਨੈਗੇਟਿਵ ਹੋ ਜਾਣਾ, ਤਾਂ y ਕਿੰਨਾ ਆ ਜਾਊਗਾ 3। ਹਾਂਜੀ ਇਹੀ ਆਨਸਰ ਆ ਰਿਹਾ ਆਪਣਾ, x ਬਰਾਬਰ 4 ਅਤੇ y ਬਰਾਬਰ 3। ਕਲੀਅਰ ਹੈ ਜੀ? ਨੈਕਸਟ ਕੁਐਸਚਨ, ਇਹਦੇ ਵਿੱਚ ਵੀ ਇਹੀ ਪੁੱਛਿਆ ਗਿਆ ਬੇਟਾ, ਇਹੀ ਰੂਲ ਦੇ ਆਪਾਂ ਨੂੰ 3-4 ਸਮ ਆ ਚੁੱਕੇ ਨੇ ਇਸ ਪੇਪਰ 'ਚ। ਕਿੰਨੇ ਹੱਲ ਨੇ ਇਹ ਪੁੱਛਿਆ ਗਿਆ, ਹਾਊ ਮੈਨੀ ਸੋਲਿਊਸ਼ਨਸ ਸਿਸਟਮ ਆਫ ਇਕੁਏਸ਼ਨਸ ਹੈਜ਼। ਇੱਥੇ ਸਮੱਸਿਆ ਕੀ ਹੈ, ਜਿਹੜੀ ਦੂਜੀ ਸਮੀਕਰਨ ਹੈ ਉਹ ਓਵਰਾਂ 'ਚ ਹੈ, ਤਾਂ ਆਪਾਂ ਇਹਨੂੰ ਓਵਰਾਂ ਨੂੰ ਆਪਣੇ ਸਵਾਲ ਨੂੰ ਗਲਤ ਨਹੀਂ ਕਰਨ ਦੇਣਾ। ਠੀਕ ਹੈ ਨਾ, ਆਪਾਂ ਇਹਨੂੰ ਚੰਗੀ ਤਰ੍ਹਾਂ ਸਿੱਖਦੇ ਹਾਂ।
ਤਾਂ A1 ਬਟੇ A2 ਮਤਲਬ 4/2। ਫਿਰ ਹੈਗਾ 5, ਫਿਰ ਬਟੇ 5 ਬਟੇ 2। ਦੇਖੋ ਆ B1 ਬਟੇ B2 ਲਿਖਣਾ ਸੀ, ਇੱਕ 5 ਹੈ, ਇੱਕ 5 ਬਟੇ 2 ਹੈ। 6 ਬਟੇ 3 ਇਹ C1 ਬਟੇ C2। ਦੇਖੋ ਇਹ ਆਪਸ 'ਚ ਕੱਟ ਕੇ 3 ਦੂਣੀ 6, 2 ਦੂਣੀ 4। ਹੁਣ ਜਿਹੜਾ ਸੈਂਟਰ ਵਾਲੀ ਰਕਮ ਰਹਿ ਗਈ 5 ਦੇ ਬਟੇ 5 ਬਟੇ 2 ਸੀ, ਤਾਂ ਇਸ ਰਕਮ ਨੇ ਜਦੋਂ ਰੈਸੀਪ੍ਰੋਕਲ ਹੋਣ ਉੱਪਰ ਜਾਣਾ ਹੈ ਤਾਂ ਇਹਦਾ ਰੈਸੀਪ੍ਰੋਕਲ ਹੋ ਜਾਣਾ। 5 ਨਾਲ 5 ਕੱਟ ਗਏ, ਯਾਨੀ ਕਿ ਸਾਰੇ ਕਿੰਨੇ ਆ ਗਏ ਬੇਟਾ 2 2। ਸਾਰੇ ਅਨੁਪਾਤਾਂ ਦਾ ਮੁੱਲ ਕਿੰਨਾ ਆ ਗਿਆ 2 2। ਤਾਂ ਸਾਰੇ ਇਕੁਅਲ ਨੇ, ਸਾਰੇ ਇਕੁਅਲ ਨੇ ਤਾਂ ਕਿਸ ਤਰ੍ਹਾਂ ਦਾ ਆਨਸਰ ਆਊਗਾ ਅਨੇਕਾਂ ਹੱਲ। ਕਲੀਅਰ ਹੋ ਗਿਆ ਬੇਟਾ ਸਾਰਿਆਂ ਨੂੰ। ਹੁਣ ਹੈਗਾ ਅਗਲਾ ਬਿੰਦੂ 3 - 2 ਦੀ ਮੂਲ ਬਿੰਦੂ ਤੋਂ ਦੂਰੀ ਦੱਸੋ। ਫਾਈਂਡ ਡਿਸਟੈਂਸ ਆਫ 3 - 2 ਫਰੋਮ ਓਰੀਜਨ। ਓਰੀਜਨ ਦੇ ਕੋਆਰਡੀਨੇਟਸ ਕੀ ਹੁੰਦੇ ਨੇ 0 0। ਤਾਂ ਜਦੋਂ ਆਪਾਂ ਡਿਸਟੈਂਸ ਕੱਢਣਾ ਹੈ ਤਾਂ ਕੀ ਤਰੀਕਾ ਸਿਖਾਇਆ ਹੋਇਆ, ਜਿਸ ਪੁਆਇੰਟ ਤੋਂ ਡਿਸਟੈਂਸ ਕੱਢਣਾ ਹੈ ਉਹਦੇ ਕੋਆਰਡੀਨੇਟਸ ਦਾ ਮਤਲਬ x ਕੋਆਰਡੀਨੇਟ ਦਾ ਸਕੁਅਰ ਪਲੱਸ y ਕੋਆਰਡੀਨੇਟ ਦਾ ਸਕੁਅਰ ਦਾ ਅੰਡਰ ਰੂਟ। ਤਾਂ ਇਹ ਆਪਾਂ ਨੇ ਫਾਰਮੂਲਾ ਅਪਣਾਉਣਾ। ਤਾਂ 3 ਤੀਏ 9, 2 ਦੂਣੀ 4, 9 ਦੇ ਵਿੱਚ 4 ਜੋੜਾਂਗੇ ਬੇਟਾ 13। ਠੀਕ ਹੈ, 13 ਦਾ ਅੰਡਰ ਰੂਟ ਹੈ ਜਿਹੜਾ ਉਹ ਇਸ ਦਾ ਸਹੀ ਆਨਸਰ ਹੋਊਗਾ, ਸੀ ਆਪਸ਼ਨ। ਕਲੀਅਰ ਹੋ ਗਿਆ ਰਾਜੇ। ਅਗਲੇ ਦੇ ਵਿੱਚ ਆਪਾਂ ਨੂੰ 2 ਪੁਆਇੰਟਸ ਦਿੱਤੇ ਹੋਏ ਨੇ x1 y1 ਤੇ x2 y2। ਉਹਦੇ ਮੱਧ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰਨੇ ਨੇ, ਮਿਡ ਪੁਆਇੰਟਸ। ਤਾਂ ਜਦੋਂ ਬੇਟਾ x1 y1 ਤੇ x2 y2 2 ਪੁਆਇੰਟਸ ਨੇ ਤਾਂ ਅਕੋਰਡਿੰਗ ਟੂ ਫਾਰਮੂਲਾ ਪਹਿਲਾਂ ਆਪਾਂ ਨੇ x ਕੋਆਰਡੀਨੇਟਸ ਦਾ ਜੋੜ ਕਰਨਾ ਹੈ ਬਟੇ 2 ਲਿਖਣਾ ਹੈ, ਫਿਰ ਆਪਾਂ y ਕੋਆਰਡੀਨੇਟਸ ਦਾ ਜੋੜ ਕਰਨਾ ਹੈ ਬਟੇ 2 ਲਿਖਣਾ। ਤਾਂ ਇਹ ਦੇਖੋ ਕਿੱਥੇ ਲਿਖਿਆ ਹੋਇਆ, ਇਹ ਹੈਗਾ ਦੇਖੋ ਸੀ ਆਪਸ਼ਨ x1 + x2/2 y1 + y2/2। ਠੀਕ ਹੈ ਬੇਟਾ, 17ਵਾਂ ਕੁਐਸਚਨ ਸਮਝ ਆ ਗਿਆ। ਹਾਂਜੀ, ਹੁਣ ਦੇਖੋ 18ਵਾਂ ਕੁਐਸਚਨ। 18ਵੇਂ ਕੁਐਸਚਨ ਦੇ ਵਿੱਚ ਦੋ ਬਿੰਦੂਆਂ ਦੇ ਵਿਚਕਾਰ ਦੂਰੀ ਪੁੱਛੀ ਹੈ, ਡਿਸਟੈਂਸ ਬਿਟਵੀਨ A ਐਂਡ B। ਤਾਂ ਅਕੋਰਡਿੰਗ ਟੂ ਫਾਰਮੂਲਾ ਆਪਾਂ AB ਲਿਖ ਲਿਆ, ਅੰਡਰ ਰੂਟ ਦੀ ਨਿਸ਼ਾਨੀ ਵੀ ਪਾ ਲਈ। ਹਾਂਜੀ, 10 ਚੋਂ ਪਹਿਲਾਂ 7 ਘਟਾਣੇ ਆ, x ਕੋਆਰਡੀਨੇਟ ਚੋਂ x ਕੋਆਰਡੀਨੇਟ ਘਟਾਣਾ, ਫਿਰ ਉਹਨਾਂ ਦਾ ਸਕੁਅਰ ਪਲੱਸ y ਕੋਆਰਡੀਨੇਟ ਚੋਂ y ਕੋਆਰਡੀਨੇਟ ਘਟਾਣਾ, 9 - 13 ਦਾ ਸਕੁਅਰ। ਫਾਰਮੂਲਾ ਤਾਂ ਯਾਦ ਹੈ ਨਾ, x2 - x1 ਦਾ ਸਕੁਅਰ ਪਲੱਸ y2 - y1 ਦਾ ਸਕੁਅਰ ਦਾ ਅੰਡਰ ਰੂਟ। ਹੁਣ ਦੇਖੋ 10 ਚੋਂ 7 ਗਏ 3, 3 ਦਾ ਸਕੁਅਰ ਕਿੰਨਾ ਹੋ ਗਿਆ 9। 13 ਚੋਂ ਜਦੋਂ 9 ਘਟਾਵਾਂਗੇ 4, 4 ਦਾ ਸਕੁਅਰ ਕਿੰਨਾ ਹੋ ਜਾਊਗਾ 16। 16 ਤੇ 9 ਕਿੰਨੇ ਹੋ ਗਏ ਬੇਟਾ ਜੀ 25। ਤੇ 25 ਦਾ ਤਾਂ ਵਰਗਮੂਲ ਨਿਕਲਦਾ ਕਿੰਨਾ 5। ਤਾਂ ਇਹਨਾਂ ਦੇ ਵਿਚਕਾਰ ਦੂਰੀ ਕਿੰਨੀ ਹੋਊਗੀ 5 ਇਕਾਈਆਂ। ਕਲੀਅਰ ਹੈ ਰਾਜੇ। ਨੈਕਸਟ ਕੁਐਸਚਨ ਹੈ, ਇੱਕ ਬਿੰਦੂ ਹੈ 7 13, ਉਹਦੀ y ਧੁਰੇ ਤੋਂ ਦੂਰੀ ਕਿੰਨੀ ਹੈ। 7 13 ਦੇਖੋ ਹੁਣ ਇੱਧਰਲੇ ਪਾਸੇ 7 ਹੋਊਗਾ, ਇੱਧਰਲੇ ਪਾਸੇ ਜੇ ਆਪਾਂ ਜਾਈਏ ਤਾਂ ਆਪਾਂ ਥੋੜੀ ਜਿਹੀ ਉੱਪਰ ਲੈ ਲੈਣੇ ਆ ਵੀ 13 ਪੁਆਇੰਟ ਹੋਊਗਾ। ਤਾਂ 7 13 ਪੁਆਇੰਟ ਹੈ ਜਿਹੜਾ ਉਹ ਇੱਥੇ ਆਪਾਂ ਨੂੰ ਮਿਲ ਗਿਆ। ਠੀਕ ਹੈ ਜੀ। ਹੁਣ ਇਹਨੇ ਪੁੱਛਿਆ ਕਿ ਇਸ ਤੋਂ ਦੂਰੀ ਹੈ y ਧੁਰੇ ਤੋਂ, ਤਾਂ y ਧੁਰਾ ਆਪਣਾ A ਵਾਲਾ ਧੁਰਾ ਹੈ। ਜਦੋਂ ਆਪਾਂ ਇੱਧਰ ਨੂੰ ਦੇਖਦੇ ਹਾਂ ਤਾਂ ਇਹਨਾਂ ਦੇ ਵਿੱਚ ਦੂਰੀ ਕਿੰਨੀ ਹੈ 7। ਤਾਂ ਕਿੰਨੀ ਦੂਰੀ ਹੈ ਬੇਟਾ ਜੀ 7। ਤਾਂ ਉਸ ਦਿਨ ਮੈਂ ਇਹ ਵੀ ਦੱਸਿਆ ਸੀ ਕਿ ਯਾਦ ਰੱਖ ਲਿਆ ਕਰੋ, ਜੇ y ਧੁਰੇ ਤੋਂ ਦੂਰੀ ਕੱਢਣੀ ਹੈ ਤਾਂ ਉਹਦਾ x ਕੋਆਰਡੀਨੇਟ ਲਿਖਣਾ ਹੈ, ਜੇ x ਧੁਰੇ ਤੋਂ ਦੂਰੀ ਕੱਢਣੀ ਹੈ ਤਾਂ ਉਹਦਾ y ਕੋਆਰਡੀਨੇਟ ਹੀ ਲਿਖਣਾ। ਕਲੀਅਰ ਹੋ ਗਿਆ। ਲਾਸਟ ਜਿਹੜਾ ਹੈਗਾ 20ਵਾਂ ਕੁਐਸਚਨ, ਉਸ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰੋ ਜੋ -1 7 ਅਤੇ 4 - 3 ਨੂੰ ਮਿਲਾਉਣ ਵਾਲੇ ਰੇਖਾ ਖੰਡ ਨੂੰ 2:3 ਵਿੱਚ ਵੰਡਦਾ ਹੈ। ਹੁਣ ਇਹਦੇ ਵਿੱਚ ਦੇਖੋ ਕਰਨਾ ਕੀ ਆ, ਆਪਾਂ ਸੈਕਸ਼ਨ ਫਾਰਮੂਲਾ ਲਗਾਈਦਾ ਹੁੰਦਾ, ਇੱਧਰ ਨੂੰ ਮਲਟੀਪਲਾਈ ਇੱਧਰ ਨੂੰ। ਇਹ ਕਿਹੜੇ ਕਿਹੜੇ ਕੋਆਰਡੀਨੇਟਸ ਤੱਕ ਗਈਆਂ ਬੇਟੇ, ਮੈਂ x ਦੇ ਕੋਆਰਡੀਨੇਟਸ ਤੱਕ। ਤਾਂ ਐਦਾਂ ਮਲਟੀਪਲਾਈ ਕਰਕੇ ਆਪਣੇ ਕੋਲੇ x ਨਿਰਦੇਸ਼ਾਂਕ ਆ ਜਾਓ। 2 ਨੂੰ ਦੇਖੋ 4 ਨਾਲ ਗੁਣਾ ਕੀਤੀ ਕਿੰਨਾ ਬਣ ਗਿਆ 8, 4 ਦੂਣੀ 8। 3 ਨੂੰ ਮਾਈਨਸ ਦੇ 1 ਨਾਲ ਗੁਣਾ ਕਰਾਂਗੇ ਮਾਈਨਸ ਦਾ 3। ਓਵਰ 'ਚ ਕੀ ਹੁੰਦਾ ਹੈ ਦੋਨੇ ਰੇਸ਼ੋਆਂ ਦਾ ਸਮ। ਫਿਰ ਹੁਣ y ਕੋਆਰਡੀਨੇਟ ਕੱਢਣਾ ਤਾਂ y ਵਾਲਿਆਂ ਨਾਲ ਹੀ ਗੁਣਾ ਕਰਨੀ ਪਊਗੀ ਨਾ। 2 ਨੂੰ ਮਾਈਨਸ ਦੇ 3 ਨਾਲ ਗੁਣਾ ਕੀਤੀ ਮਾਈਨਸ ਦਾ 6। 3 ਨੂੰ 7 ਨਾਲ ਗੁਣਾ ਕੀਤੀ 7 ਦੀਆਂ 21 ਬਟੇ 'ਚ ਇਹਨਾਂ ਦੋਨਾਂ ਦਾ ਸਮ।
8 ਚੋਂ 3 ਘਟਾਵਾਂਗੇ ਬੇਟੇ 5 ਬਟੇ ਵੀ 5 ਹੈ। 21 ਚੋਂ 6 ਘਟਾਵਾਂਗੇ 15 ਬਟੇ 5 ਕੈਂਸਲ ਹੋ ਗਏ ਅਤੇ ਆਪਣੇ ਕੋਲੇ ਕੋਆਰਡੀਨੇਟਸ ਕਿੰਨੇ ਆ ਗਏ 1 3 ਜਿਹੜਾ ਕਿ ਹੈ ਆਪਸ਼ਨ ਨੰਬਰ ਏ। ਠੀਕ ਹੈ ਬੇਟਾ, ਤਾਂ ਇਹ ਸੀਗੇ ਤੁਹਾਡੇ ਪੰਜਾਬ ਐਜੂਕੇਅਰ ਐਪ 'ਤੇ ਜਿਹੜੇ ਮਾਡਲ ਟੈਸਟ ਪੇਪਰ ਆਏ ਨੇ ਉਹਦੇ ਫਸਟ ਪੇਪਰ ਦੇ 1 to 20 ਕੁਐਸਚਨਸ। ਤਾਂ ਧਿਆਨ ਨਾਲ ਵੀਡੀਓ ਨੂੰ ਦੇਖ ਕੇ ਸਮਝ ਕੇ ਦੁਬਾਰਾ ਵੀ ਇਹਨਾਂ ਕੁਐਸਚਨਸ ਨੂੰ ਕਰ ਲਿਓ ਤਾਂ ਕਿ ਫਸਟ ਟਰਮਸ ਦੇ ਵਿੱਚ ਤੁਹਾਡੇ ਜਿਹੜੇ ਮਾਰਕਸ ਨੇ ਉਹ ਫੁੱਲ ਹੀ ਆਉਣ। ਠੀਕ ਹੈ ਜੀ, ਬਾਏ ਬੱਚੇ।